Good morning, students. I'm Navdeep Kaur from Raikot Public School, Raikot. We are discussing about plus 2's biology, and this topic, this video, we will discuss about infertility and assisted reproductive technologies. What is infertility? Infertility means failure to conceive within 1 or more years of regular unprotected coitus or copulation, means physical contact. Means ਜਦੋਂ ਕੋਈ ਪਰਸਨ ਆ ਜਿਹੜਾ ਉਹ ਫੀਮੇਲ ਆ ਜਿਹੜੀ ਉਹ ਕਨਸੀਵ ਨਹੀਂ ਕਰ ਪਾ ਰਹੀ, ਮੈਰਿਜ ਤੋਂ 1 ਤੋਂ 2 ਸਾਲ ਤੱਕ ਅਗਰ ਉਹ ਅਨਪ੍ਰੋਟੈਕਟਡ ਸੈਕਸ ਕਰ ਰਿਹਾ, ਮੀਨਸ ਕੋਈ ਜਿਹੜਾ ਹੈਗਾ ਕੰਟਰਾਸੈਪਟਿਵ ਮੈਥਡ ਯੂਜ਼ ਨਹੀਂ ਕਰ ਰਹੇ। ਟਾਈਪਸ ਆਫ ਇਨਫਰਟੀਲਿਟੀ, ਫਸਟ ਵਨ ਇਜ਼ ਪ੍ਰਾਇਮਰੀ ਇਨਫਰਟੀਲਿਟੀ, ਇਟ ਡੋਨੇਟਸ those parents who have never conceived. Secondary infertility, it indicates previous pregnancy but failure to conceive subsequently. Primary infertility means it denotes those parents, ਉਹ parents ਜਿਨ੍ਹਾਂ ਨੇ ਕਦੀ ਵੀ conceive ਨਹੀਂ ਕੀਤਾ। ਸੈਕਿੰਡ ਵਨ ਹੈ ਜਿਹੜੀ ਉਹਦੇ ਵਿੱਚ ਕੀ ਹੁੰਦਾ, ਕਨਸੀਵ ਹੁੰਦਾ ਬਟ ਜਿਹੜਾ ਹੈਗਾ ਪੀਰੀਓਡਿਕਲੀ ਮਿਸਕੈਰੇਜਸ ਹੁੰਦੇ ਰਹਿੰਦੇ ਨੇ, ਅਬੋਰਸ਼ਨਸ ਆ ਜਿਹੜੇ ਉਹ ਹੁੰਦੇ। ਇਨਫਰਟੀਲਿਟੀ ਹੈ ਜਿਹੜੀ ਮੇਲਸ ਦੇ ਕਰਕੇ ਵੀ ਹੁੰਦੀ ਹੈ, ਫੀਮੇਲ ਕਰਕੇ ਵੀ ਹੁੰਦੀ ਹੈ, ਜਾਂ ਦੋਨਾਂ ਕਰਕੇ ਹੋ ਸਕਦੀ ਹੈ। ਇਨਫਰਟੀਲਿਟੀ ਇਨ ਮੇਲਸ, ਕ੍ਰਿਪਟੋਕॉर्डिज्म means condition in which testes are unable to descend to in scrotal sacs so that sperms are not produced. ਇਹਦੇ ਵਿੱਚ ਕੀ ਹੁੰਦਾ, ਟੈਸਟੀਜ਼ ਆ ਜਿਹੜੀਆਂ ਰਜੇ, ਜਦੋਂ ਆਪਾਂ ਪੜ੍ਹਿਆ ਕਿ ਫਿਟਲ ਸਟੇਜ ਦੇ ਵਿੱਚ ਟੈਸਟੀਜ਼ ਨੇ ਜਿਹੜੀਆਂ ਉਹ ਸਿਕਰੋਟਲ ਸੈਕ ਤੋਂ ਬਾਹਰ ਫਾਰਮ ਹੁੰਦੀਆਂ ਅਤੇ ਸਲੋਲੀ ਉਹ ਸਿਕਰੋਟਲ ਸੈਕ ਦੇ ਅੰਦਰ ਜੋ ਹੈਗਾ ਡਿਸੈਂਡ ਹੁੰਦੀਆਂ ਨੇ। ਬਟ ਸਮਟਾਈਮਸ ਕੀ ਹੁੰਦਾ ਹੈ, ਕਿਸੇ ਪਰਸਨ ਦੇ ਵਿੱਚ ਕੀ ਆ, ਟੈਸਟੀਜ਼ ਆ ਜਿਹੜੀਆਂ ਉਹ ਸਿਕਰੋਟਲ ਸੈਕ ਦੇ ਅੰਦਰ ਨਹੀਂ ਟਰਾਂਸਫਰ ਹੁੰਦੀਆਂ, ਉਹਦੇ ਕਰਕੇ ਸਪਰਮਸ ਪ੍ਰੋਡਿਊਸ ਨਹੀਂ ਹੁੰਦੇ। ਸੈਕਿੰਡ ਐਲਕੋਹਲਿਜ਼ਮ ਆ ਜਿਹੜਾ, ਉਹ ਵੀ ਰਜੇ ਹਾਰਮੋਨਸ ਦੇ ਉੱਪਰ, ਸਟੀਰੋਇਡ ਜਿਹੜੇ ਸੈਕਸ ਹਾਰਮੋਨਸ ਆ ਉਹਨਾਂ ਦੇ ਉੱਪਰ ਕਾਫੀ ਬੈਡ ਇਫੈਕਟ ਆ ਜਿਹੜਾ ਉਹ ਕਾਜ਼ ਕਰਦਾ, ਜਿਹਦੇ ਕਰਕੇ ਸਪਰਮੈਟੋਜੈਨੇਸਿਸ ਆ ਜਿਹੜੀ ਉਹਦੇ ਵਿੱਚ ਡਿਫੈਕਟਸ ਆਉਣੇ ਸ਼ੁਰੂ ਹੋ ਜਾਂਦੇ ਨੇ। ਜੋ ਸਪਰਮਸ ਫਾਰਮ ਹੁੰਦੇ ਆ ਉਹ ਪੂਅਰ, ਆਪਾਂ ਕਹੀਏ ਕਿ ਪੂਅਰ ਸਪਰਮਸ ਹੁੰਦੇ ਆ ਜਿਹੜੇ ਕਿ ਐਗ ਦੇ ਨਾਲ ਫਿਊਜ਼ ਹੋ ਕੇ ਇੱਕ ਵਾਇਬਲ ਜ਼ਾਈਗੋਟ ਆ ਜਿਹੜਾ ਉਹ ਪ੍ਰੋਡਿਊਸ ਨਹੀਂ ਕਰ ਸਕਦੇ। ਥਾਇਰਾਇਡ ਡਿਸਫੰਕਸ਼ਨ, ਥਾਇਰਾਇਡ ਡਿਸਫੰਕਸ਼ਨ ਦੇ ਵਿੱਚ ਕੀ ਹੁੰਦਾ ਰਜੇ, ਸਮਟਾਈਮਸ ਜਿਹੜਾ ਪਰਸਨ ਹੈ ਉਹਦੀ ਥਾਇਰਾਇਡ ਗਲੈਂਡ ਆ ਜਿਹੜੀ ਉਹਦੇ ਵਿੱਚ ਕੁਝ ਡਿਫੈਕਟਸ ਹੁੰਦੇ ਆ, ਥਾਇਰਾਇਡ ਹਾਰਮੋਨਸ ਆ ਜਿਹੜੇ ਉਹ ਪ੍ਰੋਪਰਲੀ ਜੋ ਹੈਗਾ ਪ੍ਰੋਡਿਊਸ ਨਹੀਂ ਹੋ ਪਾ ਰਹੇ, ਜਾਂ ਐਕਸੈਸ ਦੇ ਵਿੱਚ ਪ੍ਰੋਡਿਊਸ ਹੋ ਰਿਹਾ, ਉਹ ਵੀ ਸਪਰਮੈਟੋਜੈਨੇਸਿਸ ਨੂੰ ਇਫੈਕਟ ਕਰਦਾ। ਇੰਪੋਟੈਂਸੀ ਮੀਨਸ ਜਿਹੜਾ ਮੇਲ ਆ, ਮੇਲਸ ਦੇ ਵਿੱਚ ਪੈਨਿਸ ਆ ਜਿਹੜਾ ਉਹ ਇਰੈਕਟ ਨਹੀਂ ਬਣ ਪਾਉਂਦਾ, ਅਤੇ ਫੀਮੇਲ ਜੋ ਹੈਗਾ ਵਜਾਈਨਾ 'ਚ ਪੈਨੀਟਰੇਟ ਨਹੀਂ ਹੋ ਪਾਉਂਦਾ। ਗੋਨੈਡੋਟ੍ਰੋਪਿਨ ਡੈਫੀਸ਼ੀਐਂਸੀ ਮੀਨਸ LH ਐਂਡ FSH ਹਾਰਮੋਨਸ ਆ ਜਿਹੜੇ ਉਹ ਪ੍ਰੋਪਰ ਅਮਾਊਂਟ ਦੇ ਵਿੱਚ ਪ੍ਰੋਡਿਊਸ ਨਹੀਂ ਹੋ ਰਹੇ, ਜਿਹਦੇ ਕਰਕੇ ਸਪਰਮੈਟੋਜੈਨੇਸਿਸ ਆ ਜਿਹੜੀ ਉਹ ਬਿਗਿਨ ਨਹੀਂ ਹੁੰਦੀ। ਇਮੋਟਾਈਲ ਸੀਲੀਆ, ਸਪਰਮਸ ਆਰ ਅਨੇਬਲ ਟੂ ਮੂਵ ਫਰੋਮ ਵਜਾਈਨਾ ਟੂ ਅਪਰ ਪੋਰਸ਼ਨ ਆਫ ਜੈਨੀਟਲ ਟਰੈਕ ਆਫ ਫੀਮੇਲ। ਇਹਦੇ ਵਿੱਚ ਕੀ ਹੁੰਦਾ ਰਾਜੇ, ਇਮੋਟਾਈਲ ਸੀਲੀਆ ਮੀਨਸ ਜੋ ਸੀਲੀਆ ਪ੍ਰੈਜ਼ੈਂਟ ਆ ਉਹ ਮੂਵਮੈਂਟ ਦੇ ਵਿੱਚ ਹੈਲਪ ਨਹੀਂ ਕਰ ਰਹੀ, ਜਿਹਦੇ ਕਰਕੇ ਸਪਰਮਸ ਆ ਜਿਹੜੇ ਉਹ ਵਜਾਈਨਾ ਤੋਂ ਫੈਲੋਪੀਅਨ ਟਿਊਬਸ ਤੱਕ ਟਰਾਂਸਫਰ ਨਹੀਂ ਹੋ ਪਾਉਂਦੇ। ਡਰੱਗਸ ਯੂਜ਼ ਕਰਨਾ ਲੌਂਗ ਟਾਈਮ ਤੱਕ ਉਹ ਵੀ ਸਪਰਮੈਟੋਜੈਨੇਸਿਸ ਨੂੰ ਇਫੈਕਟ ਕਰਦਾ, ਜਿਹੜੀ ਰੇਟ ਹੈ ਸਪਰਮਸ ਪ੍ਰੋਡਕਸ਼ਨ ਦੀ ਉਹ ਰਿਡਿਊਸ ਕਰ ਦਿੰਦਾ। ਵਾਈ ਕ੍ਰੋਮੋਸੋਮ ਡਿਲੀਸ਼ਨਸ, ਵਾਈ ਕ੍ਰੋਮੋਸੋਮ ਡਿਲੀਸ਼ਨ ਮੀਨਸ ਕਈ ਵਾਰ ਕੀ ਹੁੰਦਾ ਮੇਲਸ ਦੇ ਵਿੱਚ ਜੇ ਮੀਨਸ ਆਪਾਂ ਕਹਿ ਦਈਏ ਕਿ ਗੇ ਟਾਈਪ ਮੇਲਸ ਆ ਜਿਹੜੇ ਉਹ ਗੇ ਹੁੰਦੇ ਆ, ਉਹਨਾਂ 'ਚ ਕੀ ਹੁੰਦਾ ਵਾਈ ਕ੍ਰੋਮੋਸੋਮਸ ਆ ਜਿਹੜੇ ਉਹਨਾਂ ਦੀ ਜੋ ਹੈਗਾ ਆ ਡਿਲੀਸ਼ਨ ਹੋ ਜਾਂਦੀ ਹੈ ਕਈ ਵਾਰ, ਜਦੋਂ ਗੈਮੀਟਸ ਪ੍ਰੋਡਿਊਸ ਹੁੰਦੇ ਨੇ, ਜਦੋਂ ਉਹਨਾਂ ਦੇ ਪੇਰੈਂਟਸ ਤੋਂ ਗੈਮੀਟਸ ਪ੍ਰੋਡਿਊਸ ਹੁੰਦੇ ਨੇ, ਉਸ ਟਾਈਮ 'ਤੇ ਵਾਈ ਕ੍ਰੋਮੋਸੋਮਸ ਦੀ ਜਿਹੜੀ ਹੈਗੀ ਆ ਡਿਲੀਸ਼ਨ ਹੋ ਜਾਂਦੀ ਹੈ।
Absence or blockage of vas deferentia and vas efferentia. ਵਾਸ ਡੈਫਰੈਂਸ਼ੀਆ ਐਂਡ ਵਾਸ ਐਫਰੈਂਸ਼ੀਆ ਜਿਹੜੇ ਦੋਨੋਂ ਹੈਗੇ ਨੇ ਇਹ ਡਕਟਸ ਨੇ ਜੋ ਸਪਰਮਸ ਨੂੰ ਟਰਾਂਸਫਰ ਕਰਨ 'ਚ ਹੈਲਪ ਕਰਦੇ ਆ। ਅਗਰ ਇਹ ਦੋਨੋਂ ਬਲੌਕ ਹੋਣਗੇ ਤਾਂ ਸਪਰਮਸ ਅੱਗੇ ਟਰਾਂਸਫਰ ਹੋ ਕੇ ਪੈਨਿਸ ਤੋਂ ਫੀਮੇਲ ਬॉडी 'ਚ ਰਿਲੀਜ਼ ਨਹੀਂ ਹੋ ਪਾਉਂਦੇ। ਐਕਵਾਇਰਡ ਇਨਫੈਕਸ਼ਨ ਲਾਈਕ ਮੰਪਸ, ਇਨਫੈਕਸ਼ਨ ਆਫ ਸੈਮੀਨਲ ਵੈਸੀਕਲ ਐਂਡ ਪ੍ਰੋਸਟੇਟ ਕਾਜ਼ ਓਲੀਗੋਸਪਰਮੀਆ ਮੀਨਸ ਪੂਅਰ ਸਪਰਮ ਕਾਊਂਟ। ਜਿਹੜੀਆਂ ਜੈਨੀਟਲ ਟਰੈਕਟ ਦੇ ਨਾਲ ਰਿਲੇਟਡ ਡਿਜ਼ੀਜ਼ਸ ਨੇ ਅਗਰ ਉਹ ਮੇਲ ਦੇ ਵਿੱਚ ਹੁੰਦੀਆਂ ਨੇ ਤਾਂ ਮੇਲ ਦੇ ਵਿੱਚ ਸਪਰਮ ਰਿਲੀਜ਼ ਆ ਜਿਹੜਾ ਉਹ ਕਾਫੀ ਉਹਦੀ ਅਮਾਊਂਟ ਹੈ ਰਿਡਿਊਸ ਹੋ ਜਾਂਦੀ ਹੈ। ਮੋਸਟ ਕਾਮਨ ਵੈਰਾਈਟੀ ਆਫ ਐਂਟੀਸਪਰਮ ਐਂਟੀਬੋਡੀਜ਼ ਇਮਿਊਨੋਗਲੋਬਿਨ ਜੀ, ਇਮਿਊਨੋਗਲੋਬਿਨ ਐਮ ਐਂਡ ਇਮਿਊਨੋਗਲੋਬਿਨ ਏ। ਇਮਿਊਨੋਗਲੋਬਿਨ ਜੀ may be found in cervical mucus, serum and semen। ਮੀਨਸ ਕੀ ਹੈ, ਕਈ ਵਾਰ ਕੀ ਹੁੰਦਾ ਜੋ ਐਂਟੀਬੋਡੀਜ਼ ਨੇ ਮੇਲ ਅਤੇ ਫੀਮੇਲ ਦੇ ਵਿੱਚ ਉਹਨਾਂ ਦੀ ਜੋ ਹੈਗੀ ਆ ਆਪਸ ਦੇ ਵਿੱਚ ਪ੍ਰੋਪਰ ਕੈਮਿਸਟਰੀ ਜੋ ਹੈਗੀ ਉਹ ਫੋਰਮ ਨਹੀਂ ਹੋ ਪਾਉਂਦੀ, ਜਿਹਦੇ ਕਰਕੇ ਸਪਰਮਸ ਆ ਜਿਹੜੇ ਉਹ ਅੱਗੇ ਐਂਟਰ ਨਹੀਂ ਕਰ ਪਾਉਂਦੇ। ਫੇਲੀਅਰ ਟੂ ਡਿਪੋਜ਼ਿਟ ਸਪਰਮ ਹਾਈ ਇਨ ਦਾ ਵੈਜਾਈਨਾ ਮੀਨਸ ਡਿਊਰਿੰਗ ਕੋਇਟਸ ਔਰ ਫਿਜ਼ੀਕਲ ਕੰਟੈਕਟ ਸਪਰਮਸ ਆ ਜਿਹੜੇ ਉਹ ਰਿਲੀਜ਼ ਨਹੀਂ ਹੋ ਪਾ ਰਹੇ ਵੈਜਾਈਨਾ ਦੇ ਵਿੱਚ। ਸਕਰੋਟਲ ਇਨ ਟੈਂਪਰੇਚਰ ਇਜ਼ ਰੇਜ਼ਡ ਇਨ ਵੈਰੀਕੋਸੇਲਾ। ਵੈਰੀਕੋਸੇਲਾ ਇਹਦਾ ਮੀਨਿੰਗ ਕੀ ਹੈ ਰਜੇ, ਇਹਦੇ ਵਿੱਚ ਵੀ ਕੀ ਹੁੰਦਾ ਜਦੋਂ ਸਕਰੋਟਲ ਜਿਹੜਾ ਸੈਕ ਹੈ ਉਹ ਬੋਡੀ ਤੋਂ ਆਊਟਸਾਈਡ ਲਾਈ ਕਿਉਂ ਕਰਦਾ ਤਾਂ ਕਿ ਟੈਸਟਿਸ ਦੀ ਜੋ ਹੈਗਾ ਉਹ ਟੈਂਪਰੇਚਰ ਆ ਬੋਡੀ ਟੈਂਪਰੇਚਰ ਤੋਂ 2 to 3 ਡਿਗਰੀ ਲੋ ਰਵੇ, ਜਿਹਦੇ ਕਰਕੇ ਸਪਰਮ ਪ੍ਰੋਡਕਸ਼ਨ ਆ ਜਿਹੜੀ ਉਹ ਹੁੰਦੀ ਹੈ। ਬਟ ਅਗਰ ਟੈਂਪਰੇਚਰ ਰਾਈਜ਼ ਹੋ ਜਾਂਦਾ ਤਾਂ ਸਪਰਮ ਪ੍ਰੋਡਕਸ਼ਨ ਆ ਜਿਹੜੀ ਉਹ ਰਿਡਿਊਸ ਹੋ ਜਾਂਦੀ ਹੈ। ਐਂਡਰੋਜਨ ਡੈਫੀਸ਼ੈਂਸੀ ਇਨ ਏਜਿੰਗ ਮੇਲਸ। ਮੇਲ ਮੀਨੋਪੌਜ਼ ਵੀ ਕਹਿੰਦੇ ਆ, ਮੀਨਸ ਜਿਵੇਂ ਜਿਵੇਂ ਮੇਲਸ ਨੇ ਜਿਹੜੇ ਉਹਨਾਂ ਦੀ ਏਜ ਹੈ ਉਹ ਵਧੀ ਜਾਏਗੀ ਉਵੇਂ ਉਵੇਂ ਉਹਨਾਂ ਦੇ ਵਿੱਚ ਕੀ ਆ ਐਂਡਰੋਜਨਸ ਮੇਲ ਹਾਰਮੋਨਸ ਆ ਜਿਹੜੇ ਉਹਨਾਂ ਦੀ ਡੈਫੀਸ਼ੈਂਸੀ ਹੁੰਦੀ ਜਾਂਦੀ ਹੈ, ਜਿਹਦੇ ਕਰਕੇ ਸਪਰਮੈਟੋਜੈਨੇਸਿਸ ਦਾ ਕਾਊਂਟ ਕਾਫੀ ਘੱਟ ਜਾਂਦਾ। ਲੋ ਫਰਕਟੋਜ਼ ਕੰਟੈਂਟ ਐਂਡ ਹਾਈ ਪ੍ਰੋਸਟਗਲੈਂਡਿਨ ਕੰਟੈਂਟ ਇਨ ਸੈਮੀਨਲ ਫਲੂਇਡ। ਫਰਕਟੋਜ਼ ਜਿਹੜਾ ਹੈਗਾ ਰਜੇ ਉਹ ਐਨਰਜੀ ਪ੍ਰੋਵਾਈਡ ਕਰਦਾ ਹੈ ਸਪਰਮਸ ਨੂੰ। ਅਗਰ ਫਰਕਟੋਜ਼ ਦਾ ਕੰਟੈਂਟ ਘੱਟ ਹੋਏਗਾ ਉਹਦੇ ਕਰਕੇ ਜਿਹੜੇ ਸਪਰਮਸ ਨੇ ਉਹ ਜ਼ਿਆਦਾ ਦੂਰ ਤੱਕ ਨਹੀਂ ਜਾ ਪਾਉਂਦੇ। ਪ੍ਰੋਸਟੇਟ ਗਲੈਂਡਿਨ ਆ ਜਿਹੜਾ ਉਹਦਾ ਕੰਟੈਂਟ ਜ਼ਿਆਦਾ ਹੋਏਗਾ। ਪ੍ਰੋਸਟੇਟ ਗਲੈਂਡਿਨ ਦੇ ਵਿੱਚ ਮੇਨਲੀ ਫੈਟਸ ਆ ਜਿਹੜੀਆਂ ਉਹ ਪ੍ਰੋਡਿਊਸ ਹੁੰਦੀਆਂ ਨੇ। ਫੈਟਸ ਹੈਵੀ ਹੁੰਦੀ ਆ, ਫੈਟਸ ਆ ਜਿਹੜੀਆਂ ਉਹ ਪ੍ਰੋਪਰਲੀ ਡਿਜ਼ੋਲਵ ਨਹੀਂ ਹੋ ਪਾਉਂਦੀਆਂ, ਐਨਰਜੀ ਨਹੀਂ ਮਿਲ ਰਹੀ ਸਪਰਮਸ ਨੂੰ, ਜਿਹਦੇ ਕਰਕੇ ਉਹ ਅੱਗੇ ਤੱਕ ਟਰਾਂਸਫਰ ਨਹੀਂ ਹੋ ਪਾਉਂਦੇ। ਨੈਕਸਟ ਹੈ ਵਾਸਕਟੋਮੀ। ਵਾਸਕਟੋਮੀ ਰਜੇ ਸਰਜੀਕਲ ਮੈਥਡ ਆ ਬਰਥ ਕੰਟਰੋਲ ਦਾ। ਅਗਰ ਵਾਸਕਟੋਮੀ ਜਿਹੜੀ ਹੈਗੀ ਟੈਕਨੀਕ ਉਹ ਯੂਜ਼ ਕੀਤੀ ਹੈ ਕਿਸੇ ਮੇਲ ਨੇ ਦੈਨ ਉਹ ਕੀ ਹੋਏਗਾ ਅਨਫਰਟਾਈਲ। ਇਨਫਰਟੀਲਿਟੀ ਇਨ ਫੀਮੇਲਸ। ਐਨੋਵੂਲੇਸ਼ਨ ਮੀਨਸ ਨੋ ਓਵੂਲੇਸ਼ਨ ਮੀਨਸ ਫੀਮੇਲ ਆ ਜਿਹੜੀ ਉਹਦੇ ਵਿੱਚ ਮੈਂਸਟਰੁਅਲ ਜੋ ਸਾਈਕਲ ਹੈ ਉਹ ਐਬਸੈਂਟ ਹੁੰਦਾ ਹੈ, ਓਵੂਲੇਸ਼ਨ ਨਹੀਂ ਹੋ ਰਹੀ। ਦੇਅਰ ਇਜ਼ ਲੂਟੀਅਲ ਫੇਜ਼ ਡਿਫੈਕਟ। ਡਰਗ ਇੰਡਿਊਸਡ ਓਵੂਲੇਸ਼ਨ ਡਿਕਰੀਜ਼ਡ ਲੈਵਲ ਆਫ FSH ਐਂਡ LH। ਲੂਟੀਅਲ ਫੇਜ਼ ਦੇ ਵਿੱਚ ਕੀ ਹੈ ਰਜੇ ਜੋ ਕਾਰਪਸ ਲੂਟੀਅਮ ਫਾਰਮ ਹੁੰਦਾ ਉਹ ਪ੍ਰੋਪਰਲੀ ਜਦੋਂ ਪ੍ਰੋਜੈਸਟਰੋਨ ਸਿਕਰੀਟ ਨਹੀਂ ਕਰ ਪਾਉਂਦਾ ਉਸ ਟਾਈਮ 'ਤੇ ਜਿਹੜਾ ਹੈਗਾ ਬਾਕੀ ਹਾਰਮੋਨਸ ਆ ਜਿਹੜੇ ਉਹਨਾਂ ਦਾ ਓਵੂਲੇਸ਼ਨ ਆ ਜਿਹੜੀ ਉਹਨੂੰ ਕਾਫੀ ਉਹ ਇਫੈਕਟ ਕਰਦਾ। ਡਿਫੈਕਟਿਵ ਗਰੋਥ ਆਫ ਯੂਟਰਸ ਐਂਡ ਵੈਜਾਈਨਾ ਤੇ ਯੂਟਰਸ ਦੀ ਗਰੋਥ ਆ ਜਿਹੜੀ ਉਹ ਪ੍ਰੋਪਰ ਨਹੀਂ ਹੋ ਪਾਉਂਦੀ ਅਗਰ ਉਸ ਟਾਈਮ 'ਤੇ ਵੀ ਕੀ ਆ ਫੀਮੇਲਸ ਆ ਜਿਹੜੀਆਂ ਉਹ ਕਨਸੀਵ ਨਹੀਂ ਕਰ ਪਾਉਂਦੀਆਂ। ਯੂਟਰਾਈਨ ਫੈਕਟਰਸ ਇਨਕਲੂਡਸ ਅਨਫੇਵਰੇਬਲ ਐਂਡੋਮੀਟਰੀਅਮ ਫॉर implantation, chronic chronic endomyelitis or TB or fibroid uterus। ਫਿਬਰੋਇਡ ਮੀਨਸ ਆਪਾਂ ਕਹਿ ਦਿੰਦੇ ਹਾਂ ਕਿ ਰਜੇ ਕਈ ਵਾਰ ਕੀ ਹੁੰਦਾ ਯੂਟਰਸ ਦੇ ਵਿੱਚ ਰਸੌਲੀ ਹੁੰਦੀ ਹੈ। ਐਂਡੋਮੀਟਰੀਅਮ ਵਾਲ ਦੇ ਡਿਫੈਕਟਸ ਨੇ ਉਹ। ਐਂਡੋਮੀਟਰੀਅਮ ਆ ਜਿਹੜੀ ਇਨਰ ਵਾਲ ਹੈ ਯੂਟਰਸ ਦੀ ਜਦੋਂ ਅਨਫੇਵਰੇਬਲ ਹੁੰਦੀ ਹੈ ਇੰਪਲਾਂਟੇਸ਼ਨ ਦੇ ਲਈ ਜੋ ਅਰਲੀ ਐਮਬਰੀਓਨ ਜਾਂ ਕਿ ਇੰਪਲਾਂਟ ਹੋਣਾ ਯੂਟਰਸ ਦੇ ਵਿੱਚ। ਦੈਨ ਸਰਵੀਕਲ ਫੈਕਟਰਸ ਇਨਕਲੂਡ ਇਨਇਫੈਕਟਿਵ ਸਪਰਮ ਪੈਨੀਟ੍ਰੇਸ਼ਨ। ਸਰਵੀਕਲ ਫੈਕਟਰਸ ਦੇ ਵਿੱਚ ਕੀ ਹੁੰਦਾ ਰਜੇ
ਇਨਇਫੈਕਟਿਵ ਸਪਰਮ ਪੈਨੀਟ੍ਰੇਸ਼ਨ ਮੀਨ ਸਪਰਮਸ ਆ ਜਿਹੜੀ ਉਹ ਪ੍ਰੋਪਰ ਅਮਾਊਂਟ ਦੇ ਵਿੱਚ ਜੋ ਹੈਗਾ ਰਿਲੀਜ਼ ਨਹੀਂ ਹੋਏ, ਅਗਰ ਰਿਲੀਜ਼ ਹੋਇਆ ਤਾਂ ਸਰਵਿਕਸ ਦੇ ਵਿੱਚ ਕੁਛ ਐਂਟੀਬੋਡੀਜ਼ ਇੱਦਾਂ ਦੀਆਂ ਪ੍ਰੈਜ਼ੈਂਟ ਹੁੰਦੀਆਂ ਜੋ ਸਪਰਮਸ ਦੀ ਕਾਫੀ ਸਾਰਾ ਨੰਬਰ ਆ ਜਿਹੜਾ ਉਹਨੂੰ ਉੱਥੇ ਹੀ ਇਨਗਲਫ ਕਰਕੇ ਰਿਡਿਊਸ ਕਰ ਦਿੰਦੇ ਆ। ਦੈਨ dyspareunia, painful sexual intercourse experienced by a woman means during intercourse अगर फीमेल ਨੂੰ पेन फील ਹੁੰਦੀ ਹੈ ज़्यादा उस टाइम ਤੇ ਵੀ जो हैगा आ सक्सैसफुल जो सैक्शुअल रिलेशन ऑफ फॉर्म नहीं हो पाता, ਜਿਹਦੇ ਕਰਕੇ ਸਪਰਮਸ ਰਿਲੀਜ਼ ਨਹੀਂ ਹੁੰਦੇ ਤੇ ਫੀਮੇਲ ਕੰਸੀਵ ਨਹੀਂ ਕਰ ਸਕਦੀ। ਇਨਕਰੀਜ਼ਡ ਸਪਰਮ ਫੇਗੋਸਾਈਟੋਸਿਸ ਬਾਈ ਮੈਕਰੋਫੇਜਸ। ਸਪਰਮ ਫੇਗੋਸਾਈਟੋਸਿਸ ਮੀਨ ਸਪਰਮਸ ਨੂੰ ਖਾ ਜਾਂਦੇ ਨੇ ਮੈਕਰੋਫੇਜਸ, ਕਿਲ ਕਰ ਦਿੰਦੇ ਆ। फर्टिलाइजेशन एंड इम्पलांटेशन फेलियर मीनस अगर स्पर्म्स रिलीज़ भी हो गया, फैलोपियन ट्यूब्स तक अप्रोच भी हो गई है, बट उस तो बाद ओवम आ जिहड़ा प्रॉपर वाइबल नहीं हैगा, दैन स्पर्म्स आ जिहड़े ओवम दे नाल फर्टिलाइज नहीं हो पाते। अर्ली मिसकैरेज, एक्टोपिक प्रेगनेंसी। एक्टोपिक प्रेगनेंसी मीनस आउटसाइड द यूट्रस। ट्यूबकेटोमी, that is the surgical method of birth control. Next one is treatment. In treatment there are some defects which can be treated through medicines, but some defects can't treated through medicines. For these defects there are some assisted reproductive technologies, we can call these ART. These are test tube baby, artificial insemination technique, gamete intrafallopian transfer, and intracytoplasmic sperm injection. These are, first one is test tube baby. Test tube baby, in this technique the fertilization is done outside the female body. Zygote is formed which is allowed to divide to form embryo. Up to embryo the development is done in the laboratory or outside the female body. This embryo is then implanted in uterus where it develops into a fetus and which in turn develops into a child. This is called test tube baby, means fertilization occurs in test tube. The zygote or early embryo is transferred into fallopian tubes. That technique is known as ZIFT, zygote intrafallopian transfer. In this, zygote is allowed to divide to form 8 blastomeres. If the embryo is with more than 8 blastomeres, it is transferred into the uterus. Means अगर 8 blastomeres तक स्टेज है तो उन्होंने ਆਪਾਂ फैलोपियन ट्यूब्स ਦੇ ਵਿੱਚ ट्रांसफर करते हैं। अगर 8 तो ज़्यादा स्टेज है फिर उन्होंने ਆਪਾਂ ਸਿੱਧਾ यूट्रस ਦੇ ਵਿੱਚ ਹੀ ट्रांसप्लांट करांगे। जो फैलोपियन ट्यूब ਦੇ ਵਿੱਚ ਹੋ ਰਿਹਾ ਉਹਨੂੰ ਆਪਾਂ ZIFT ਟੈਕਨੀਕ ਬੋਲਦੇ ਹਾਂ, ਜ਼ਾਈਗੋਟ ਇੰਟਰਾਫੈਲੋਪੀਅਨ ट्रांसफर। तो जो यूट्रस ਦੇ ਵਿੱਚ ਹੋ ਰਿਹਾ ਉਹਨੂੰ ਆਪਾਂ ਬੋਲਦੇ ਹਾਂ इंट्रा यूट्राइन ट्रांसफर to complete its further development. This is in vitro fertilization. What is the meaning of in vitro? Means in laboratory. IVF, fertilization outside the body in almost similar conditions as that in the body, outside the body and in the laboratory, followed by embryo transfer, ET. Embryo formed by in vitro fertilization can also be used for such transfer. First test tube baby is Lucy Joy Brown. It was born to Leslie and Gilbert Brown on July 25, 1978 in Oldham, in England, with the help of Dr. Patrick Steptoe and Dr. Robert Edward.
And India's first test tube baby was born on August 6th, 1986 at KEM Hospital in Mumbai. Name was Kumharsha and doctor was Indra Hinduja. And second test tube baby was born in Kolkata on October 3, 1978. And her name was Durga. Second technique is artificial insemination. Artificial insemination means the seminal fluid. Artificial insemination means the seminal fluid is transferred to the female body by artificial methods. Different methods are used in artificial insemination, but intrauterine insemination is very common. Intrauterine insemination is either AIH, artificial insemination husband, or artificial insemination donor. मीनस जो सैमीनेशन या इंसैमिनेशन और सैमिनल फ्लूइड है वो हस्बैंड का यूज़ किया जाता है ਜਾਂ किसी अदर परसन का. हस्बैंड वाला जोड़ा वो कॉमनली यूज़ किया जाता आर्टिफिशियल इंसैमिनेशन दे विच. What is the technique for this method? Just near the time of ovulation, about 0.3 ml of washed and concentrated semen having at least 1 million sperms from husband is introduced artificially through flexible polythene catheter into the vagina or into uterus, called intrauterine insemination. Washing in cultural medium removes the proteins and prostaglandins from semen. Best results are obtained when motile sperm count is more than 10 million. Fertilizing capacity of spermatozoa is for 24 to 48 hours. The procedure may be repeated 2 to 3 times over a period of 2 to 3 days. मीनस की है जो फीमेल दे विच ओवुलेशन पीरियड है जो वो नेड़े हुंदा उस टाइम ते मीनस अगर 14th डे के उपर ओवुलेशन हुंदी है मैंस्ट्रुअल साइकिल के ड्यूरिंग, दैन की है 12th तो 16th डे तक जो हैगा आ ये टेक्नीक है जी यूज़ की जाती है ताकि जो फर्टिलाइजेशन आ उहदे चांसिस नूं इनक्रीज़ किया जा सके. नेक्स्ट टेक्नीक है रजे गैमीट इंट्रा फैलोपियन ट्रांसफर, that is gift is zygote intrafallopian transfer. Gamete intrafallopian transfer is gift was described by Ask and colleagues in 1984. It is more expensive and invasive procedure than in vitro fertilization. जिफ्ट दे विच की हुंदा रजे फैलोपियन ट्यूब्स आ जिहड़ियां उन्हां दे विच जो हैगा गैमीट है वो ट्रांसफर किए जाते हैं. In this procedure, the superovulation is done as in IVF. Two collected oocytes along with about 20 lakh to 50 lakh motile sperms of each 2 lakh to 5 lakh motile sperms of each fallopian tube are placed in a plastic tube container. It is then transferred through laparoscope and inserted 4 cm into the distal end of fallopian tube where the combination is injected. The overall success rate
थ्रू दिस प्रोसीजर इज़ 27 to 30%। ਹੁਣ ਇਹਦੇ ਵਿੱਚ ਕੀ ਹੁੰਦਾ ਰਾਜੇ, ਜੋ ਗੈਮੀਟਸ ਨੇ ਦੋਨੋਂ ਤਰ੍ਹਾਂ ਦੇ ਗੈਮੀਟਸ ਨੇ, ਫੀਮੇਲ ਨੂੰ ਕੁਛ ਜੋ ਹੈਗਾ ਆਰਟੀਫਿਸ਼ੀਅਲ ਇੰਜੈਕਸ਼ਨਸ ਦਿੱਤੇ ਜਾਂਦੇ ਨੇ, ਕੈਮੀਕਲਸ ਦਿੱਤੇ ਜਾਂਦੇ, ਜਿਹਦੇ ਕਰਕੇ ਓਵੂਲੇਸ਼ਨ ਆ ਜਿਹੜੀ ਉਹ ਇਨਕਰੀਜ਼ ਹੋ ਜਾਂਦੀ ਹੈ। ਸੁਪਰ ਓਵੂਲੇਸ਼ਨ ਮੀਨਸ ਇੱਕ ਤੋਂ ज़्यादा ਓਵਿਊਲਸ ਆ ਜਿਹੜੇ ਐਗਸ ਨੇ ਉਹ ਪ੍ਰੋਡਿਊਸ ਹੁੰਦੇ ਆ, ਓਵਾ ਜਿਹੜੇ ਉਹ ਪ੍ਰੋਡਿਊਸ ਹੁੰਦੇ ਆ ਇੱਕ ਟਾਈਮ 'ਤੇ। ਉਹਨਾਂ ਐਗਸ ਦੇ ਵਿੱਚੋਂ 2 oocytes ਆ ਜਿਹੜੇ ਉਹ ਕਲੈਕਟ ਕੀਤੇ ਜਾਂਦੇ ਆ, ਅਤੇ 2 to 5 ਲੱਖ ਸਪਰਮਸ ਆ ਜਿਹੜੇ ਉਹ ਸੀਮਨ 'ਚੋਂ ਕਲੈਕਟ ਕੀਤੇ ਜਾਂਦੇ ਆ, ਜਿਨ੍ਹਾਂ ਨੂੰ ਕਿ ਫੈਲੋਪੀਅਨ ਟਿਊਬ ਦੇ ਵਿੱਚ ਜੇ ਆਰਟੀਫਿਸ਼ਲੀ ਇੰਜੈਕਟ ਕੀਤਾ ਜਾਂਦਾ। ਜਦੋਂ ਫੈਲੋਪੀਅਨ ਟਿਊਬ ਦੇ ਵਿੱਚ ਇੰਜੈਕਟ ਕੀਤਾ ਜਾਂਦਾ ਉਸ ਤੋਂ ਬਾਅਦ 'ਚ ਫਰਟੀਲਾਈਜੇਸ਼ਨ ਹੁੰਦੀ ਆ। ਫਰਟੀਲਾਈਜੇਸ਼ਨ ਤੋਂ ਬਾਅਦ 'ਚ ਐਮਬਰੀਓ ਫਾਰਮ, ਜ਼ਾਈਗੋਟ ਤੋਂ ਐਮਬਰੀਓ ਫਾਰਮ ਹੁੰਦਾ, ਅਤੇ ਉਹ ਐਮਬਰੀਓ ਜਿਹੜਾ ਆਪਣੇ ਆਪ ਯੂਟਰਸ ਦੇ ਵਿੱਚ ਟਰਾਂਸਫਰ ਹੋ ਕੇ ਆਪਣੀ ਨਾਰਮਲ ਡਿਵੈਲਪਮੈਂਟ ਆ ਜਿਹੜੀ ਉਹ ਸਟਾਰਟ ਕਰਦਾ। ਨੈਕਸਟ ਇਜ਼ zygote intrafallopian transfer. In this technique zygote or early embryo that we have discussed already, ZIFT ਦੇ ਵਿੱਚ ਕੀ ਹੁੰਦਾ ਰਾਜੇ, ਅਪ ਟੂ 8 ਬਲਾਸਟੋਮੀਅਰਸ ਜ਼ਾਈਗੋਟ ਆ ਜਿਹੜਾ ਉਹਨੂੰ ਫੈਲੋਪੀਅਨ ਟਿਊਬ ਦੇ ਵਿੱਚ ਟਰਾਂਸਫਰ ਕੀਤਾ ਜਾਂਦਾ ਆਰਟੀਫਿਸ਼ਲੀ। ਦੈਨ ਬਾਕੀ ਜੋ ਡਿਵੈਲਪਮੈਂਟ ਹੈ ਜ਼ਾਈਗੋਟ ਤੋਂ ਐਮਬਰੀਓ, ਦੈਨ ਐਮਬਰੀਓ ਤੋਂ ਬਲਾਸਟੋਸਿਸਟ ਇੰਪਲਾਂਟ ਹੁੰਦੀ ਹੈ ਯੂਟਰਸ ਦੇ ਵਿੱਚ, ਉਹ ਨਾਰਮਲੀ ਅਦਰ ਪ੍ਰੈਗਨੈਂਟ ਲੇਡੀਜ਼ ਵਾਂਗੂ ਚੱਲਦਾ। ਨੈਕਸਟ ਵਨ ਇਜ਼ ਇੰਟਰਾ ਯੂਟਰਾਈਨ ਟਰਾਂਸਫਰ, IUT। ਐਮਬਰੀਓ ਆ ਜਿਹੜਾ 8 ਤੋਂ ਜ਼ਿਆਦਾ ਬਲਾਸਟੋਮੀਅਸ ਜਦੋਂ ਫਾਰਮ ਹੋ ਜਾਂਦੇ ਉਸ ਟਾਈਮ 'ਤੇ ਐਮਬਰੀਓ ਜਿਹੜਾ ਉਹਨੂੰ ਟਰਾਂਸਫਰ ਕੀਤਾ ਜਾਂਦਾ ਯੂਟਰਸ ਦੇ ਵਿੱਚ। ਯੂਟਰਸ ਦੇ ਵਿੱਚ ਇੰਪਲਾਂਟੇਸ਼ਨ ਹੁੰਦੀ ਹੈ, ਅਤੇ ਇੰਪਲਾਂਟੇਸ਼ਨ ਤੋਂ ਬਾਅਦ ਜੋ ਹੈਗਾ ਆ ਬਾਕੀ ਜੋ ਪ੍ਰੋਸੈਸ ਦਾ ਪਲੇਸੈਂਟਾ ਫਾਰਮ ਹੁੰਦੀ ਹੈ, ਦੈਨ ਜਰਮ ਲੇਅਰਸ ਫਾਰਮ ਹੁੰਦੀ ਆ, ਉਹ ਨਾਰਮਲ ਪ੍ਰੈਗਨੈਂਟ ਵੂਮਨਸ ਵਾਂਗੂ ਚੱਲਦਾ। ਸਰੋਗੇਟ ਮਦਰ ਕਿਹੜੀ ਹੁੰਦੀ ਹੈ ਰਾਜੇ, ਜਿਹਦੇ ਜੋ ਹੈਗਾ ਆ ਮੀਨਸ ਆਪਾਂ ਕਹਿ ਦਈਏ ਕਿ ਸਰੋਗੇਟ ਮਦਰ ਉਹ ਹੁੰਦੀ ਹੈ ਜਿਹੜੀ ਕਿ ਕਿਸੇ ਹੋਰ ਦੇ ਪਰਸਨ ਨੂੰ ਕਿਸੇ ਹੋਰ ਦੇ ਬੱਚੇ ਨੂੰ ਆਪਣੀ ਕੁੱਖ ਦੇ ਵਿੱਚ ਜਨਮ ਦਿੰਦੀ ਹੈ। ਇਨ ਵਿਟਰੋ ਫਰਟੀਲਾਈਜੇਸ਼ਨ ਹੁੰਦੀ ਹੈ। ਇਨ ਵਿਟਰੋ ਫਰਟੀਲਾਈਜੇਸ਼ਨ ਦੇ ਵਿੱਚ ਜੋ ਡਿਫੈਕਟਡ ਕਪਲ ਹੈ, ਜਿਹਦੇ ਵਿੱਚ ਕਈ ਵਾਰ ਕੀ ਹੁੰਦਾ ਫੀਮੇਲਸ ਆ ਜਿਹੜੀਆਂ ਰਾਜੇ ਉਹਨਾਂ ਦਾ ਯੂਟਰਸ ਸੂਟੇਬਲ ਨਹੀਂ ਹੁੰਦਾ ਇੰਪਲਾਂਟੇਸ਼ਨ ਦੇ ਲਈ, ਉਸ ਕੇਸ ਦੇ ਵਿੱਚ ਉਸ ਜੋ ਹੈਗਾ ਆ ਕਪਲ ਦੇ ਗੈਮੀਟਸ ਨੂੰ ਲੈ ਕੇ ਉਹਨਾਂ ਦੀ ਇਨਵਿਟਰੋ ਫਰਟੀਲਾਈਜੇਸ਼ਨ ਕੀਤੀ ਜਾਂਦੀ ਹੈ। ਫਰਟੀਲਾਈਜੇਸ਼ਨ ਤੋਂ ਬਾਅਦ 'ਚ ਉਹਨੂੰ ਕਿਸੇ ਹੋਰ ਫੀਮੇਲ ਦੇ ਜੋ ਹੈਗਾ ਵਾ ਯੂਟਰਸ ਦੇ ਵਿੱਚ ਜਾਂ ਫੈਲੋਪੀਅਨ ਟਿਊਬਸ ਦੇ ਵਿੱਚ ਜ਼ਾਈਗੋਟਾ ਜਿਹੜਾ ਉਹ ਟਰਾਂਸਫਰ ਕੀਤਾ ਜਾਂਦਾ, ਅਤੇ ਜਿੱਥੇ ਬਾਕੀ ਨਾਰਮਲ ਜਿਹੜੇ ਪ੍ਰੋਸੀਜਰਸ ਨੇ ਉਹ ਅੱਗੇ ਕੰਟੀਨਿਊ ਹੁੰਦੇ ਆ। ਦੈਨ ਡਿਟੈਕਸ਼ਨ ਆਫ ਫੀਟਲ ਡਿਸਆਰਡਰਸ ਡਿਊਰਿੰਗ ਅਰਲੀ ਪ੍ਰੈਗਨੈਂਸੀ। ਇਹਦੇ ਵਿੱਚ ਸਭ ਤੋਂ ਪਹਿਲਾਂ ਹੈ ਅਮਾਈਨੋਸੈਂਟਸਿਸ। ਅਮਾਈਨੋਸੈਂਟਸਿਸ ਆ ਜਿਹੜੀ ਰਾਜੇ ਉਹ ਆਪਾਂ ਡਿਸਕਰਾਈਬ ਕਰ ਚੁੱਕੇ ਆਲਰੇਡੀ ਕਿ ਇਮਿਊਨਿਓਟਿਕ ਜਿਹੜੀ ਕੈਵਿਟੀ ਉਹਦੇ ਵਿੱਚੋਂ ਫਲੂਇਡ ਲਿਆ ਜਾਂਦਾ, ਅਤੇ ਉਸ ਫਲੂਇਡ ਨੂੰ ਦੇ ਥਰੂ ਇਹ ਚੀਜ਼ ਜਾਣੀ ਜਾਂਦੀ ਹੈ ਕਿ ਬੱਚੇ ਦਾ ਸੈਕਸ ਕੀ ਹੈ, ਅਤੇ ਬੱਚੇ ਦੇ ਵਿੱਚ ਕੋਈ ਕ੍ਰੋਮੋਸੋਮਲ ਡਿਸਆਰਡਰ ਹੈ। ਅਗਰ ਡਿਸਆਰਡਰ ਹੁੰਦਾ ਆ ਦੈਨ ਤੇ ਉਹ ਡਿਸਆਰਡਰ ਕਿਉਰ ਹੋ ਸਕਦਾ ਤਾਂ ਡਾਕਟਰਸ ਕਿਉਰ ਕਰਨ ਲਈ ਮੈਡੀਕੇਸ਼ਨ ਦਿੰਦੇ ਆ ਫੀਮੇਲ ਨੂੰ। ਅਗਰ ਕਿਉਰ ਨਹੀਂ ਹੋ ਸਕਦਾ ਤਾਂ ਡਾਕਟਰ ਸੁਜੈਸਟ ਕਰਦੇ ਆ ਅਬੋਰਟ ਕਰਨ ਲਈ। ਸੈਕਿੰਡ ਆ ਗਿਆ ਕੋਰੋਨਿਕ ਵਿਲਾਈ ਸੈਂਪਲਿੰਗ। ਪਲੇਸੈਂਟਾ ਮੈਂਬਰੇਨ ਜਿਹੜੀ ਫਾਰਮ ਹੁੰਦੀ ਹੈ ਰਾਜੇ ਉਹ ਕੋਰੋਨਿਕ ਵਿਲਾਈ, ਇਸ ਤਰ੍ਹਾਂ ਦੇ ਸਟਰਕਚਰਸ ਹੁੰਦੇ ਨੇ, ਸਪਾਈਕ ਲਾਈਕ ਸਟਰਕਚਰਸ ਕੋਰੀਓਨ ਦੇ ਉੱਪਰ ਫਾਰਮ ਹੁੰਦੇ ਨੇ, ਠੀਕ ਹੈ। ਉਹਨਾਂ ਤੋਂ ਸੈਂਪਲਿੰਗ ਲੈ ਕੇ ਸੈਂਪਲ ਲੈ ਕੇ ਫਿਜ਼ੀਸ਼ੀਅਨਸ ਨੇ ਜਿਹੜੇ ਉਹ ਜੋ ਹੈਗਾ ਆ ਉਹਨੂੰ ਟੈਸਟ ਕਰਦੇ ਆ। ਹੁਣ ਇਹ ਜਿਹੜਾ ਕੋਰੋਨਿਕ ਵਿਲਾਈ ਹੈ ਰਾਜੇ ਉਹਦੇ ਥਰੂ ਕੀ ਆ, ਹੁਣ ਉਹ ਜੋ ਕੋਰੋਨਿਕ ਵਿਲਾਈਜ਼ ਫਾਰਮ ਹੋਏ ਨੇ ਉਹਨਾਂ ਦੇ ਵਿੱਚ ਕੀ ਹੁੰਦਾ, ਇੱਕ another advantage is advantage for CVS coronic villi sampling is between 18th and 10th weeks of pregnancy. It is less widely available than amniocentesis. Coronic
ਇਹ ਜੋ ਹੈਗਾ ਦੋਨਾਂ ਦਾ ਜੋ ਹੈਗਾ ਜੇ ਮਟੀਰੀਅਲ ਆ ਮਦਰ ਤੇ ਜੋ ਫਿਟਸ ਆ ਦੋਨਾਂ ਦਾ ਜੋ ਹੈਗਾ ਟਰਾਂਸਫਰਿੰਗ ਮਟੀਰੀਅਲ ਆ ਦੋਨੋਂ ਦਾ ਸੈਂਪਲ ਇਹਦੇ ਵਿੱਚ ਹੁੰਦਾ ਹੈ। ਅਗਰ ਫਿਟਸ ਦੀ ਪ੍ਰੈਗਨੈਂਸੀ ਦੀ ਕੰਟੀਨਿਊਸ਼ਨ ਇਹਦੇ ਵਿੱਚ ਇਹ ਚੀਜ਼ ਆ ਜਿਹੜੀ ਉਹ ਟੈਸਟ ਕੀਤੀ ਜਾਂਦੀ ਹੈ ਕਿ ਪ੍ਰੈਗਨੈਂਸੀ ਦੇ ਵਿੱਚ ਅਗਰ ਕੋਈ ਕੰਪਲੀਕੇਸ਼ਨ ਆਉਂਦੀ ਹੈ ਉਹ ਕੰਪਲੀਕੇਸ਼ਨ ਮਦਰ ਕਰਕੇ ਹੈ ਜਾਂ ਫਿਟਸ ਕਰਕੇ ਹੈ। ਅਗਰ ਮਦਰ ਨੂੰ ਉਸ ਚੀਜ਼ ਕਰਕੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਡਾਕਟਰਸ ਆ ਜਿਹੜੇ ਇਹਨੂੰ ਅਬੋਰਟ ਕਰਨ ਲਈ ਸੁਜੈਸਟ ਕਰਦੇ ਨੇ। Next, non-invasive techniques. These techniques are available to determine the fetal condition. One of these is ultrasound imaging. Ultrasound imaging ਦੇ ਵਿੱਚ ਕੀ ਹੁੰਦਾ ਰਾਜੇ 3D ਜੋ ਹੈਗਾ ਸਕੈਨਿੰਗ ਵੀ ਹੁੰਦੀ ਹੈ, 3D ਅਲਟਰਾਸਾਊਂਡ ਵੀ ਹੁੰਦਾ, ਨਾਰਮਲ ਅਲਟਰਾਸਾਊਂਡ ਵੀ ਹੁੰਦਾ, ਕਲਰਡ ਵੀ ਕਰਵਾ ਸਕਦੇ ਆਪਾਂ ਜਾਂ ਬਲੈਕ ਐਂਡ ਵਾਈਟ ਵੀ ਕਰਵਾ ਸਕਦੇ, ਜਿਹਦੇ ਵਿੱਚ ਜੋ ਫਿਟਸ ਆ ਉਹਦੀਆਂ ਮੂਵਮੈਂਟਸ ਕੈਪਚਰ ਹੁੰਦੀਆਂ, ਉਹਦਾ ਪ੍ਰੋਪਰ ਵੇਟ ਕਿੰਨਾ, ਪ੍ਰੋਪਰ ਉਹਦੀ ਡਿਵੈਲਪਮੈਂਟ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ, ਪ੍ਰੋਪਰ ਔਰਗਨਸ ਨੇ ਜਿਹੜੇ ਉਹ ਫਾਰਮ ਹੋਏ ਨੇ ਉਹ ਇਮੇਜਸ ਦੇ ਥਰੂ ਆਪਾਂ ਡਿਟੈਕਟ ਕਰ ਸਕਦੇ ਹਾਂ। ਨੈਕਸਟ ਇਜ਼ ਫੀਟੋਸਕੋਪੀ. Fetoscopy is another technique in which a needle thin tube containing a viewing scope is inserted into uterus, giving the physician a direct view of the fetus. ਮੀਨਸ ਕੀ ਹੁੰਦਾ ਰਾਜੇ ਇੱਕ ਬਿਲਕੁਲ ਪਤਲੀ ਜਿਹੀ ਟਿਊਬ ਆ ਜਿਹੜੀ ਉਹ ਫੀਮੇਲ ਦੇ ਯੂਟਰਸ ਦੇ ਵਿੱਚ ਇੰਸਰਟ ਕੀਤੀ ਜਾਂਦੀ ਹੈ। ਉਸ ਟਿਊਬ ਦੇ ਵਿੱਚ ਕੀ ਹੁੰਦਾ ਇੱਕ ਜੋ ਆਪਾਂ ਕਹੀਏ ਕਿ ਕੈਮਰਾ ਹੁੰਦਾ, ਜਿਹੜਾ ਕੈਮਰਾ ਫਿਟਸ ਦੀ ਪ੍ਰੋਪਰ ਜੋ ਕੰਡੀਸ਼ਨ ਆ, ਜੋ ਪ੍ਰੋਪਰ ਉਹਦੀ ਹੈਗੀ ਆ ਰਾਜੇ ਸਟੇਟ ਹੈ, ਉਹ ਡਾਕਟਰ ਨੂੰ ਉਦੋਂ ਹੀ ਕਲੀਅਰ ਹੋ ਜਾਂਦੀ। This is all about our 4th chapter. With this topic your chapter has been completed, and this technique, the 4th technique, it is not in your syllabus, that's why we have not discussed. So thank you बच्चे, have a nice day.